ਤੇ ਅਸੀਂ ਜਾ ਕੇ ਮੈਂ ਇਹਨੂੰ ਕਿਹਾ ਇਹ ਕੀ ਕੀਤਾ? ਕਹਿੰਦਾ ਉਹ ਤਾਂ ਜੋ ਕੁਛ ਹੋਣਾ ਸੀ ਅੰਕਲ ਹੋ ਗਿਆ ਤੇ ਹੁਣ ਇਹ ਮੰਨਣਾ ਹੀ ਪਊਗਾ। ਮੈਂ ਕਿਹਾ ਇਹ ਤੇ ਅਸੀਂ ਕਿਵੇਂ ਮੰਨ ਜੀਏ, ਸਾਡੀ ਇੰਨੀ ਜ਼ਿਆਦਾ ਮਹਿੰਗੀ ਤੂੰ ਲੈ ਗਿਆ। ਇਹ ਕਹਿੰਦਾ ਫਿਰ ਜਿੱਥੇ ਤੂੰ ਜੋ ਕੁਛ ਹੁੰਦਾ ਤੂੰ ਕਰ ਲਾ। ਫਿਰ ਹੋਣਾ ਕੀ ਸੀਗਾ? ਮੈਂ ਕਿਹਾ ਐਡੀ ਬੇਈਮਾਨੀ, ਐਡਾ ਬੇਈਮਾਨ ਤੂੰ। ਮਾਪਿਆਂ ਤਾਂ ਤੇਰਾ ਨਾਂ ਜਗਦੀਪ ਰੱਖਿਆ ਸੀ ਤੇ ਵੀ ਜੱਗ ਨੂੰ ਦੀਪ ਕਰੇਗਾ, ਚਾਨਣ ਦੇਵੇਂਗਾ, ਤੂੰ ਤਾਂ ਸਾਡੇ ਦੀਪ ਹੀ ਬੁਝਾਤੇ। ਜਦੋਂ ਆਂਟੀ ਜੀ ਇਹ ਸਦਮਾ ਨਾ ਸਹਾਰਦੇ ਹੋਏ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਡੈੱਡ ਬੋਡੀ ਰੱਖੀ ਜਾਂਦੀ ਹੈ। ਡੈਡ ਬੋਡੀ ਇੱਥੇ ਪਈ ਰਹੀ ਹੈ 12 ਦਿਨ ਜੀ। ਹਾਂਜੀ, ਉਹਦੇ ਕਾਰਨ ਸੀਗੇ ਦੋ। ਇੱਕ ਤਾਂ ਗੌਰਮੈਂਟ ਕੁਛ ਕਰੇ, ਜੀ। ਲੀਡਰ ਸਾਡੇ ਕੋਲ ਆਉਂਦੇ ਜਾਂਦੇ ਸੀਗੇ ਜੀ। ਕਈ, ਤੇ ਬਾਕੀ ਸਾਡੇ ਬੱਚਿਆਂ ਨੇ ਆਉਣਾ ਸੀ ਬਾਹਰੋਂ, ਜੀ। ਉਹਨਾਂ ਦੇ ਐਂ ਤੋਂ ਸੰਸਕਾਰ ਕਰਨਾ ਸੀ। ਤੇ ਉਦੋਂ ਲੱਖਾ ਸਧਾਣਾ ਵੀ ਪਹੁੰਚਦੇ। ਹਾਂ, ਉਹ ਵੀ ਆਏ ਸੀਗੇ ਜੀ। ਤੇ ਉਸ ਤੋਂ ਬਾਅਦ ਜਿਹੜਾ ਪਰਚਾ ਦਰਜ ਹੋਇਆ ਸੀਗਾ ਦੋਸ਼ੀਆਂ ਦੇ ਉੱਤੇ ਜੀ। ਪਰਚਾ ਲੱਖਾ ਸਧਾਣਾ ਜੀ ਹੁਣੀ ਸਾਡੇ ਨਾਲ ਗਏ ਹੈ ਥਾਣੇ ਦੇ ਵਿੱਚ ਬਾਘੇ ਪੁਰਾਣੇ, ਤੇ ਉੱਥੇ ਇਹਨਾਂ ਨੇ 306 ਦਾ ਪਰਚਾ ਸਾਡੇ ਮੇਰੇ ਸਾਹਮਣੇ ਲਿਖਿਆ ਗਿਆ। ਮੈਂ ਤਾਂ ਆਂਦਾ ਨਹੀਂ ਕੋਈ ਹੋਰ ਆਊਗਾ ਇੱਥੇ। ਜਿਹੜੀ ਮੇਰੇ ਨਾਲ ਹੋਈ ਹੈ ਉਹਦੀ ਬੇਸਿਸ ਤੇ ਮੈਂ ਤਾਂ ਇਹ ਕਹਿੰਦਾ ਵੀ ਇੱਥੇ ਨਾ ਭਰਾਓ ਆਓ, ਤੇ ਹੋਰ ਕਿਸੇ ਮੁਲਕ ਜਾ ਕੇ, ਪਾਕਿਸਤਾਨ ਜਾ ਕੇ ਬਹਿ ਜਾਓ। ਰਾਤ ਨੂੰ ਉੱਠ ਕੇ ਬਹਿ ਜਾਂਦੀ ਸੀ, ਇਹ ਆਪਣੇ ਨਾਲ ਕੀ ਹੋ ਗਿਆ, ਆਪਾਂ ਤਾਂ ਇਹਨਾਂ ਦਾ ਕੁਛ ਵਿਗਾੜਿਆ ਨਹੀਂ, ਆਪਾਂ ਤਾਂ ਇਹਨਾਂ ਨੂੰ ਚਾਹ ਪਾਣੀ ਪਿਆਉਂਦੇ ਰਹੇ ਹਾਂ। ਮੈਂ ਕਿਹਾ ਇਹ ਹੁਣ ਜਿਹੜੇ ਬੇਈਮਾਨ ਹੋ ਗਏ ਹੈ, ਇਹਦੇ 'ਚ ਹੁਣ ਮੈਂ ਕੀ ਕਰ ਸਕਦਾ? ਤੇ ਤੂੰ ਆਪਾਂ ਕੋਈ ਨਹੀਂ ਅਪੀਲ ਕਰਾਂਗੇ, ਸ਼ਾਇਦ ਗੌਰਮੈਂਟ ਇਹਨੂੰ ਰਿਵਰਸ ਕਰ ਦੇਵੇ, ਤੇ ਹਾਲੇ ਆਪਾਂ ਨੂੰ ਉਹਨਾਂ ਘਬਰਾਉਣ ਦੀ ਲੋੜ ਨਹੀਂ। ਨਾਲੇ ਆਪਦੀ ਦੇਹ ਤਾਂ ਕਾਇਮ ਰੱਖ, ਤੂੰ ਅੱਗੇ ਬਿਮਾਰ ਹੈ। ਪਰ ਉਹ ਦਿਨੋਂ ਦਿਨ ਥੱਲੇ ਹੀ ਡਿੱਗਦੀ ਗਈ ਤੇ ਅਖੀਰ ਤੇ ਸਾਹ ਛੱਡ ਗਈ। ਐਡਾ ਵੱਡਾ ਫਰਾਡ ਹੋ ਗਿਆ, ਤੁਹਾਨੂੰ ਕੀ ਲੱਗਦਾ ਵਾ ਵੀ ਇਹ ਜਿਹੜੇ ਆਫਿਸਰ ਨੇ, ਆਫਿਸਰ ਲੌਬੀ ਹੈ, ਜਾਂ ਜਿਹੜੀ ਪੋਲੀਟੀਕਲ ਲੋਕ ਨੇ ਜਿਵੇਂ ਇੱਥੋਂ ਦੇ ਐਮਐਲਏ ਸਾਹਿਬ ਨੇ, ਜਾਂ ਹੋਰ ਜਿਹੜੇ ਮੰਨ ਲਓ ਮੰਤਰੀ ਸਾਹਿਬ ਨੇ, ਇਹ ਉਹਨਾਂ ਦੀ ਨੌਲੇਜ ਨਹੀਂ ਹੋਊਗੀ ਗੱਲ? ਨਹੀਂ ਜੀ, ਨੌਲੇਜ ਕਿਉਂ? ਉਹ ਤਾਂ ਦੱਸ ਹੀ ਰਹੇ ਨੇ ਵੀ ਉਹ ਸਾਰੇ ਆ ਕੇ ਗਏ ਨੇ ਇੱਥੇ। ਜੋ ਬੰਦਾ ਹੁਣ ਪਹੁੰਚ ਗਿਆ, ਜੇ ਤਾਂ ਇਹਨਾਂ ਨੇ ਜਾ ਕੇ ਦੱਸਿਆ ਹੋਵੇ ਤਾਂ ਜੇ ਫਿਰ ਵੀ ਆਪਾਂ ਕਹਿ ਸਕਦੇ ਹਾਂ ਵੀ ਥੋੜਾ ਬਹੁਤਾ ਮਤਲਬ ਨਾ, ਜੋ ਬੰਦਾ ਇੱਥੇ ਇਹਨਾਂ ਦੇ ਕੋਲੇ ਘਰੇ ਆ ਕੇ ਗਏ ਹੈ ਤਾਂ ਉਹਨਾਂ ਨੂੰ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ। ਔਰ ਖਾਸ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਡੈੱਡ ਬੋਡੀ ਇੱਥੇ ਪਈ ਸੀ, ਤੇ ਇਹੋ ਜਿਹੀ ਤਾਂ ਕੋਈ ਸ਼ੱਕ ਵੀ ਨਹੀਂ ਹੈ। ਔਰ ਇਹਦੇ ਵਿੱਚ ਕੋਈ ਮਤਲਬ ਅਤ ਕਥਨੀ ਨਹੀਂ ਹੈ ਕਿ ਸਿਸਟਮ ਦੀ ਇਨਵੋਲਵਮੈਂਟ ਤੋਂ ਬਿਨਾਂ ਫਰਾਡ ਨਹੀਂ ਹੋ ਸਕਦੇ। ਐਡਾ ਵੱਡਾ ਫਰਾਡ ਹੋ ਗਿਆ, ਤੁਹਾਨੂੰ ਕੀ ਲੱਗਦਾ ਵਾ ਵੀ ਇਹ ਜਿਹੜੇ ਆਫਿਸਰ ਨੇ, ਆਫਿਸਰ ਲੌਬੀ ਹੈ, ਜਾਂ ਜਿਹੜੀ ਪੋਲੀਟੀਕਲ ਲੋਕ ਨੇ ਜਿਵੇਂ ਇੱਥੋਂ ਦੇ ਐਮਐਲਏ ਸਾਹਿਬ ਨੇ, ਜਾਂ ਹੋਰ ਜਿਹੜੇ ਮੰਨ ਲਓ ਮੰਤਰੀ ਸਾਹਿਬ ਨੇ, ਇਹ ਉਹਨਾਂ ਦੀ ਨੌਲੇਜ ਨਹੀਂ ਹੋਊਗੀ ਗੱਲ? ਨਹੀਂ ਜੀ, ਨੌਲੇਜ ਕਿਉਂ? ਉਹ ਤਾਂ ਦੱਸ ਹੀ ਰਹੇ ਨੇ ਵੀ ਉਹ ਸਾਰੇ ਆ ਕੇ ਗਏ ਨੇ ਇੱਥੇ। ਜੋ ਬੰਦਾ ਹੁਣ ਪਹੁੰਚ ਗਿਆ, ਜੇ ਤਾਂ ਇਹਨਾਂ ਨੇ ਜਾ ਕੇ ਦੱਸਿਆ ਹੋਵੇ ਤਾਂ ਜੇ ਫਿਰ ਵੀ ਆਪਾਂ ਕਹਿ ਸਕਦੇ ਹਾਂ ਵੀ ਥੋੜਾ ਬਹੁਤਾ ਮਤਲਬ ਨਾ, ਜੋ ਬੰਦਾ ਇੱਥੇ ਇਹਨਾਂ ਦੇ ਕੋਲੇ ਘਰੇ ਆ ਕੇ ਗਏ ਹੈ ਤਾਂ ਉਹਨਾਂ ਨੂੰ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ। ਔਰ ਖਾਸ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਡੈੱਡ ਬੋਡੀ ਇੱਥੇ ਪਈ ਸੀ, ਤੇ ਇਹੋ ਜਿਹੀ ਤਾਂ ਕੋਈ ਸ਼ੱਕ ਵੀ ਨਹੀਂ ਹੈ। ਔਰ ਇਹਦੇ ਵਿੱਚ ਕੋਈ ਮਤਲਬ ਅਤ ਕਥਨੀ ਨਹੀਂ ਹੈ ਕਿ ਸਿਸਟਮ ਦੀ ਇਨਵੋਲਵਮੈਂਟ ਤੋਂ ਬਿਨਾਂ ਫਰਾਡ ਨਹੀਂ ਹੋ ਸਕਦੇ। ਗੁਰਬਾਣੀ ਖੰਡ ਬਾਣੀ ਚੈਨਲ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ, ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬਾਘਾ ਪੁਰਾਣਾ ਦੀ ਧਰਤੀ ਦੇ ਉੱਤੇ ਮੌਜੂਦ ਹਾਂ। ਸਾਡੇ ਨਾਲ ਅੰਕਲ ਜੀ ਨੇ, ਸਰਦਾਰ ਸੁਰਜੀਤ ਸਿੰਘ ਬਰਾੜ। ਇਹਨਾਂ ਦੇ ਨਾਲ ਇੱਕ ਬਹੁਤ ਵੱਡੀ ਠੱਗੀ ਵੱਜੀ ਹੈ, ਬਹੁਤ ਵੱਡਾ ਇਹਨਾਂ ਦੇ ਨਾਲ ਇੱਕ ਫਰਾਡ ਹੋਇਆ। ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਹੋਊਗਾ ਕਿ ਲੱਖਾ ਸਧਾਣਾ ਇਸ ਮੁੱਦੇ ਨੂੰ ਚੱਕਦੇ ਨੇ, ਪਰ ਸਾਰਾ ਵਿਸ਼ਾ ਕੀ ਸੀ, ਸਾਰੀ ਗੱਲ ਕੀ ਸੀ, ਕਿਸ ਤਰੀਕੇ ਨਾਲ ਠੱਗੀ ਵੱਜੀ, ਅੰਕਲ ਜੀ ਹੁਣਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ, ਮਾਮਲਾ ਕੀ ਬਣਿਆ, ਸਾਰੀ ਗੱਲ ਕੀ ਹੋਈ ਹੈ, ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਸ ਠੱਗੀ ਦੀ ਜੜ ਕਿੱਥੋਂ, ਕੰਮ ਸ਼ੁਰੂ ਕਿੱਥੋਂ ਹੋਇਆ? ਮਾਮਲਾ ਇਹ ਲੋਕੀ ਸੀਗੇ ਪ੍ਰਾਪਰਟੀ ਡੀਲਰ, ਜੀ। ਤੇ ਸਾਡੇ ਘਰੇ ਉਂਝ ਵੀ ਆਉਂਦੇ ਜਾਂਦੇ ਸੀ। ਜੀ। ਜਿਵੇਂ ਆਪਾਂ ਰਿਸ਼ਤੇਦਾਰ ਕਰ ਲਓ, ਭਾਈਬੰਦ ਕਰ ਲਓ, ਜੀ। ਤੇ ਸਾਨੂੰ ਇਹਨਾਂ 'ਤੇ ਇਤਬਾਰ ਸੀ। ਜੀ। ਤੇ ਅਸੀਂ ਇਹਨਾਂ ਨੂੰ ਕਿਹਾ ਸਾਡਾ 4 ਕਨਾਲ ਇੱਕ ਮਰਲੇ ਦਾ ਪਲਾਟ ਹੈ ਸਿੰਘਾਂ ਵਾਲੇ ਕੋਲੇ, ਜੀ। ਉਹ ਅਸੀਂ ਵੇਚਣਾ ਉਹ। ਜੀ। ਤੇ ਇਹ ਕਹਿੰਦੇ ਦੂਜੀ ਜ਼ਮੀਨ ਆ। ਮੈਂ ਕਿਹਾ ਦੂਜੀਆਂ ਉਦੋਂ ਬਾਅਦ 'ਚ ਵੇਚਣੀਆਂ, ਪਹਿਲਾਂ ਉਹ ਵੇਚਣਾ ਸੀ। ਜੀ। ਇਹ ਇਹਨਾਂ ਨੇ ਮੇਰੇ ਕੋਲ ਆ ਕੇ, ਜਗਦੀਪ ਸਿੰਘ ਕਹਿੰਦਾ ਅੰਕਲ ਉਹਦੇ ਗਾਹਕ ਮੈਂ ਭਾਲ ਲਏ ਆ, ਜੀ। ਉਹ 4 ਕਨਾਲ ਵਾਲੇ, ਜੀ। ਤੇ ਹੁਣ ਤੁਸੀਂ ਪੈਸੇ ਵੀ ਤੁਹਾਡੇ ਅਕਾਊਂਟ 'ਚ ਮੈਂ 32 ਲੱਖ ਪਾਤਾ। ਉਹਦੀ ਕੀਮਤ 32 ਲੱਖ ਪਾਈ ਸੀ। ਜੀ। ਤੇ
ਇਹ ਉਦੋਂ ਮਗਰੋਂ ਮੈਂ ਕਿਹਾ ਹੁਣ ਕੀ ਕਰਨਾ। ਹੁਣ ਕਹਿੰਦੇ ਚੱਲ ਕੇ ਸਾਨੂੰ ਲਿਖਾ ਦਿਓ, ਉਹ ਜੀ ਪੈਸੇ ਤਾਂ ਤੁਹਾਡੇ ਕੋਲ ਪਹੁੰਚ ਗਏ ਆ। ਜੀ ਮੈਂ ਬੈਂਕ ਨੂੰ ਫੋਨ ਕਰਕੇ ਪੁੱਛਿਆ, ਉਹ ਕਹਿੰਦੇ ਜੀ ਪੈਸੇ 32 ਲੱਖ ਤੁਹਾਡੇ ਅਕਾਊਂਟ 'ਚ ਆ ਗਿਆ ਹੈ। ਜੀ ਤੇ ਅਸੀਂ ਕਿਹਾ ਚਲੋ ਜੀ, ਜਦੋਂ ਤੁਸੀਂ ਮਰਜ਼ੀ ਕਹੋਗੇ ਅਸੀਂ ਤੁਹਾਡੇ ਨਾਲ ਚੱਲ ਵੜਦੇ ਹਾਂ, ਉੱਥੇ ਸਾਈਨ ਕਰ ਦਿੰਦੇ ਹਾਂ। ਜੀ ਤੇ ਅਗਲੇ ਦਿਨ ਅਸੀਂ ਫਿਰ ਇਹਨਾਂ ਦੇ ਕੋਲੇ ਉੱਥੇ ਗਏ ਕਚਹਿਰੀਆਂ 'ਚ। ਜੀ ਤੇ ਮੈਂ ਥੱਲੇ ਬੈਠਾ ਰਹਿ ਗਿਆ। ਮੇਰੀ ਸਿਹਤ ਠੀਕ ਨਹੀਂ ਸੀਗੀ। ਜੀ ਤੇ ਮੇਰੀ ਵਾਈਫ ਉੱਪਰ ਗਈ ਇਹਨਾਂ ਦੇ ਜਿੱਥੇ ਸਾਈਨ ਕਰਨੇ ਸੀਗੇ, ਜੀ ਉੱਥੇ ਉਹ ਸਾਈਨ ਕਰਕੇ ਆ ਗਈ ਹੈ। ਉਹਨੂੰ ਕੁਛ ਨਹੀਂ ਪੁੱਛਿਆ ਗਿਆ ਕਿ ਧੋਖੇ ਦੇ ਨਾਲ ਇਹਨਾਂ ਨੇ ਹੋਰ ਪ੍ਰਾਪਰਟੀ ਦੇ ਸਾਈਨ ਕਰਾ ਲਏ ਜੀ। ਪ੍ਰਾਪਰਟੀ ਤਾਂ ਇਹ ਸਿੰਘਾਂ ਵਾਲੀ ਸੀਗੀ, ਵੇਚੀ ਅਸੀਂ ਤਾਂ ਆਪਦੇ ਜਾਣੇ। ਜੀ ਤੇ ਇਹਨਾਂ ਨੇ ਸਾਡਾ ਇੱਕ ਕਿੱਲਾ ਸਾਂਭ ਲਿਆ ਬੁੱਗੀਪੁਰਾ ਚੌਕ 'ਚ, ਜੀ ਤੇ ਇੱਕ ਕਨਾਲ ਉੱਥੇ ਸਾਂਭ ਲਈ, ਜੀ ਤੇ ਇੱਕ 10 ਮਰਲੇ ਪੈਟਰੋਲ ਪੰਪ ਦੇ ਨਾਲ। ਨਹੀਂ, ਇਸ ਗੱਲ ਦਾ ਜਦੋਂ ਮੰਨ ਲਓ ਰਜਿਸਟਰੀ ਹੋਈ, ਆਂਟੀ ਜੀ ਹਣਾ ਕੋਲ ਰਜਿਸਟਰੀ ਕਰਵਾਈ, ਉਦੋਂ ਮੌਕੇ ਤੇ ਜਿਹੜੇ ਅਫਸਰ ਤਹਿਸੀਲਦਾਰ ਸਾਹਿਬ ਨੇ ਵੀ ਨਹੀਂ ਪੁੱਛਿਆ ਵੀ ਤੂੰ ਕਿਸੇ ਨੇ ਪੁੱਛਿਆ ਹੀ ਨਹੀਂ ਮੇਰੀ ਵਾਈਫ ਨੂੰ ਵੀ ਇਹ ਤੁਸੀਂ ਕੀ ਵੇਚ ਰਹੇ ਹੈ, ਜੀ ਕਿੰਨੇ ਤੁਹਾਨੂੰ ਪੈਸੇ ਆ ਗਏ ਹੈ। ਜੀ ਬਸ ਇੱਥੇ ਸਾਈਨ ਕਰ ਦਿਓ, ਸਾਈਨ ਕਰ ਦਿਓ, ਸਾਈਨ ਕਰਕੇ ਫੋਟੋ ਲਵਾ ਲਈ, ਜੀ। ਤੇ ਉਹ ਚੀਜ਼ ਸਾਡੇ ਹੱਥੋਂ ਚਲੀ ਗਈ। ਫਿਰ ਤਾਂ ਉਹਨਾਂ ਦੀ ਵੀ ਮਿਲੀ ਭੁਗਤ ਹੋਵੇਗੀ। ਇਹ ਮੈਂ ਨਹੀਂ ਕਹਿ ਸਕਦਾ, ਅਫਸਰ ਵੀ ਇਸ ਤਰ੍ਹਾਂ ਡਾਊਨ ਜਾ ਸਕਦੇ ਆ। ਜੀ ਜੀ ਇਹ ਮੇਰੇ ਵਾਸਤੇ ਕਹਿਣਾ ਬੜਾ ਮੁਸ਼ਕਿਲ ਹੈ, ਮੇਰਾ ਤਜਰਬਾ ਨਹੀਂ ਹੋਇਆ ਜੀ ਵੀ ਜਿਹੜੇ ਅਫਸਰ ਵੀ ਕਿਸੇ ਨਾਲ ਧੋਖੇ 'ਚ ਰਲ ਸਕਦੇ ਆ। ਜੀ ਪਰ ਉਸ ਤੋਂ ਬਾਅਦ ਜਦੋਂ ਤੁਸੀਂ ਦੱਸਿਆ ਹੈ ਵੀ ਕਾਰਵਾਈ ਵੀ ਹੁੰਦੀ ਹੈ, ਕਾਰਵਾਈ ਕਿਸ ਤਰੀਕੇ ਦੀ ਹੁੰਦੀ ਹੈ? ਕਾਰਵਾਈ ਤਾਂ ਅਸੀਂ ਜੋ ਸਾਨੂੰ ਪਤਾ ਲੱਗਿਆ ਸਾਡੇ ਨਾਲ ਧੋਖਾ ਹੋ ਗਿਆ, ਜੀ ਤੇ ਮੈਂ ਇਹਦੇ ਕੋਲੇ ਗਿਆ ਜਗਦੀਪ ਦੇ, ਜੀ ਇਹਦੇ ਆਫਿਸ ਦੇ ਵਿੱਚ ਦਸਾਂਝ ਰੋਡ ਤੇ। ਜੀ ਨਾਲ ਮੇਰੇ ਸਾਡਾ ਸਾਬਕਾ ਸਰਪੰਚ ਸੀਗਾ ਆਲਮ ਵਾਲੇ ਦਾ। ਜੀ ਤੇ ਅਸੀਂ ਜਾ ਕੇ ਮੈਂ ਇਹਨੂੰ ਕਿਹਾ ਇਹ ਕੀ ਕੀਤਾ? ਜੀ ਕਹਿੰਦਾ ਉਹ ਤਾਂ ਜੋ ਕੁਛ ਹੋਣਾ ਸੀ ਅੰਕਲ ਹੋ ਗਿਆ, ਜੀ ਤੇ ਹੁਣ ਇਹ ਮੰਨਣਾ ਹੀ ਪਊਗਾ। ਜੀ ਮੈਂ ਕਿਹਾ ਇਹ ਤੇ ਅਸੀਂ ਕਿਵੇਂ ਮੰਨ ਜੀਏ, ਸਾਡੀ ਇੰਨੀ ਜ਼ਿਆਦਾ ਮਹਿੰਗੀ ਤੂੰ ਲੈ ਗਿਆ। ਜੀ ਇਹ ਕਹਿੰਦਾ ਫਿਰ ਜਿੱਥੇ ਤੂੰ ਜੋ ਕੁਛ ਹੁੰਦਾ ਤੂੰ ਕਰ ਲਾ। ਜੀ ਫਿਰ ਹੋਣਾ ਕੀ ਸੀਗਾ? ਮੈਂ ਕਿਹਾ ਐਡੀ ਬੇਈਮਾਨੀ, ਐਡਾ ਬੇਈਮਾਨ ਤੂੰ, ਮਾਪਿਆਂ ਤਾਂ ਤੇਰਾ ਨਾਂ ਜਗਦੀਪ ਰੱਖਿਆ ਸੀ, ਤੇ ਵੀ ਜੱਗ ਨੂੰ ਦੀਪ ਕਰੇਗਾ, ਜੀ ਚਾਨਣ ਦੇਵੇਂਗਾ, ਜੀ ਤੂੰ ਤਾਂ ਸਾਡੇ ਦੀਪ ਹੀ ਬੁਝਾਤੇ। ਬਿਲਕੁਲ। ਕਹਿੰਦਾ ਜੋ ਕੁਛ ਮਰਜ਼ੀ ਕਰਨਾ ਕਰ ਲਓ। ਤੇ ਉਸ ਤੋਂ ਬਾਅਦ ਜਦੋਂ ਆਂਟੀ ਜੀ ਇਹ ਸਦਮਾ ਨਾ ਸਹਾਰਦੇ ਹੋਏ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਡੈੱਡ ਬੋਡੀ ਰੱਖੀ ਜਾਂਦੀ ਹੈ। ਡੈਡ ਬਾਡੀ ਇੱਥੇ ਪਈ ਰਹੀ ਹੈ 12 ਦਿਨ। ਜੀ ਹਾਂਜੀ, ਉਹਦੇ ਕਾਰਨ ਸੀਗੇ ਦੋ, ਇੱਕ ਤਾਂ ਗੌਰਮੈਂਟ ਕੁਛ ਕਰੇ, ਜੀ ਲੀਡਰ ਸਾਡੇ ਕੋਲ ਆਉਂਦੇ ਜਾਂਦੇ ਸੀਗੇ ਜੀ ਕਈ, ਤੇ ਬਾਕੀ ਸਾਡੇ ਬੱਚਿਆਂ ਨੇ ਆਉਣਾ ਸੀ ਬਾਹਰੋਂ, ਜੀ ਉਹਨਾਂ ਦੇ ਐਂ ਤੋਂ ਸੰਸਕਾਰ ਕਰਨਾ ਸੀ। ਤੇ ਉਦੋਂ ਲੱਖਾ ਸਦਾਣਾ ਵੀ ਪਹੁੰਚਦੇ। ਹਾਂ, ਉਹ ਵੀ ਆਏ ਸੀਗੇ। ਜੀ ਤੇ ਉਸ ਤੋਂ ਬਾਅਦ ਜਿਹੜਾ ਪਰਚਾ ਦਰਜ ਹੋਇਆ ਸੀਗਾ ਦੋਸ਼ੀਆਂ ਦੇ ਉੱਤੇ ਜੀ। ਪਰਚਾ ਲੱਖਾ ਸਧਾਣਾ ਜੀ ਹੁਣੀ ਸਾਡੇ ਨਾਲ ਗਏ ਆ ਥਾਣੇ ਦੇ ਵਿੱਚ ਜੀ। ਬਾਘੇ ਪੁਰਾਣੇ, ਜੀ ਤੇ ਉੱਥੇ ਇਹਨਾਂ ਨੇ 306 ਦਾ ਪਰਚਾ ਮੇਰੇ ਸਾਹਮਣੇ ਲਿਖਿਆ ਗਿਆ। ਜੀ ਪਰ ਉਸ ਤੋਂ ਬਾਅਦ ਨਾ, ਉਸ ਤੋਂ ਬਾਅਦ ਜਿਹੜੀ ਕਾਰਵਾਈ ਆ, ਪਰਚਾ ਦਰਜ ਹੋ ਗਿਆ, ਉਸ ਤੋਂ ਬਾਅਦ ਉਹ ਕਾਰਵਾਈ ਅੱਗੇ ਨਹੀਂ ਤੁਰਦੀ ਨਜ਼ਰ ਆਈ। ਅੱਗੇ ਨਹੀਂ ਕੁਛ ਹੋਇਆ, ਜੀ ਅੱਗੇ ਕੁਛ ਨਹੀਂ ਹੋਇਆ। ਪਰ ਭਗਵੰਤ ਮਾਨ ਤਾਂ ਕਹਿੰਦੇ ਸੀਗੇ ਜਦੋਂ ਸਰਕਾਰ ਬਣੀ, ਕਹਿੰਦੇ ਸੀਗੇ ਵੀ ਅਸੀਂ ਅਜਿਹੇ ਸਕੀਮਾਂ ਲੈ ਕੇ ਆਵਾਂਗੇ, ਅਜਿਹੇ ਪਾਲਿਸੀਆਂ ਲੈ ਕੇ ਆਵਾਂਗੇ, ਜਿਹੜੇ NRI ਸਾਡੇ ਬੱਚੇ ਗਏ ਹੋਏ ਆ ਉਹ ਵਾਪਸ ਇੱਥੇ ਆਉਣਗੇ ਕੰਮ ਕਰਨ ਲਈ। ਤੁਹਾਨੂੰ ਨਹੀਂ ਲੱਗਦਾ ਜਿਹੜਾ ਤੁਹਾਡੇ ਨਾਲ ਜਿਹੜੀ ਠੱਗੀ ਹੋਈ ਹੈ, ਇਸ ਠੱਗੀ ਨਾਲ ਤਾਂ ਜਿਹੜੇ NRI ਬਾਹਰ ਗਏ ਹੋਏ ਆ ਉਹ ਮੂੰਹ ਵੀ ਨਹੀਂ ਕਰਨਗੇ ਇੱਧਰ ਆਉਣਾ? ਮੈਂ ਤਾਂ ਆਂਦਾ ਨਹੀਂ ਕੋਈ ਹੋਰ ਆਊਗਾ ਇੱਥੇ। ਜੀ ਜਿਹੜੀ ਮੇਰੇ ਨਾਲ ਹੋਈ ਹੈ ਉਹਦੀ ਬੇਸਿਸ ਤੇ ਮੈਂ ਤਾਂ ਇਹ ਕਹਿੰਦਾ ਵੀ ਇੱਥੇ ਨਾ ਭਰਾਵੋ ਆਓ, ਤੇ ਹੋਰ ਕਿਸੇ ਮੁਲਕ ਜਾ ਕੇ, ਪਾਕਿਸਤਾਨ ਜਾ ਕੇ ਬਹਿ ਜਾਓ। ਜੀ ਕਿਉਂਕਿ ਤੁਹਾਡੇ ਨਾਲ ਵੀ ਜ਼ਿੰਦਗੀ ਦੀ ਜਿੰਨੀ ਕਮਾਈ ਸੀ ਅੱਜ ਤੁਸੀਂ ਸਾਰੀ ਖੋ ਬੈਠੇ ਹੋ। ਤਕਰੀਬਨ ਸਾਰੀ ਗਈ ਇੱਕ ਤਰ੍ਹਾਂ ਉੱਥੇ। ਦੀ ਸਾਰੀ ਖੋ। ਹਾਂਜੀ, ਇੱਕ ਤਰ੍ਹਾਂ ਦੀ ਸਾਰੀ। ਤੇ ਬਾਕੀ ਜੇ ਦਿਲ ਨੂੰ ਦਿਲ ਤੇ ਸੱਟ ਵੱਜਦੀ ਹੈ ਜੀ ਉਹ ਲੈਦਾ। ਜੀ ਮੇਰੀ ਵਾਈਫ ਦੇ ਦਿਲ ਤੇ ਸੱਟ ਵੱਜੀ, ਜੀ ਬਿਮਾਰ ਤਾਂ ਉਹਨੂੰ ਸ਼ੂਗਰ ਦੀ ਥੋੜ੍ਹੀ ਬਿਮਾਰੀ ਸੀਗੀ, ਜੀ ਪਰ ਉਹ ਕੰਟਰੋਲ ਦੇ ਸੀ, 4 ਪੁਆਇੰਟ ਹੀ ਸੀ ਸਾਰੀ। ਜੀ ਤੇ ਪਰ ਰਾਤ ਨੂੰ ਉੱਠ ਕੇ ਬਹਿ ਜਾਂਦੀ ਸੀ। ਜੀ ਇਹ ਆਪਣੇ ਨਾਲ ਕੀ ਹੋ ਗਿਆ, ਆਪਾਂ ਤਾਂ ਇਹਨਾਂ ਦਾ ਕੁਝ ਵਿਗਾੜਿਆ ਨਹੀਂ, ਆਪਾਂ ਤਾਂ ਇਹਨਾਂ ਨੂੰ ਚਾਹ ਪਾਣੀ ਪਿਆਉਂਦੇ ਰਹੇ ਹਾਂ। ਜੀ ਮੈਂ ਕਿਹਾ ਇਹ ਹੁਣ ਜਿਹੜੇ ਬੇਈਮਾਨ ਹੋ ਗਏ ਹੈ, ਇਹਦੇ 'ਚ ਹੁਣ ਮੈਂ ਕੀ ਕਰ ਸਕਦਾ? ਜੀ ਤੇ ਤੂੰ ਆਪਾਂ ਕੋਈ ਨਹੀਂ ਅਪੀਲ ਕਰਾਂਗੇ, ਸ਼ਾਇਦ ਗੌਰਮੈਂਟ ਇਹਨੂੰ ਰਿਵਰਸ ਕਰ ਦੇਵੇ, ਜੀ ਤੇ ਹਾਲੇ ਆਪਾਂ ਨੂੰ ਉਹਨਾਂ ਘਬਰਾਉਣ ਦੀ ਲੋੜ ਨਹੀਂ। ਨਾਲੇ ਆਪਦੀ ਦੇਹ ਤਾਂ ਕਾਇਮ ਰੱਖ, ਤੂੰ ਅੱਗੇ ਬਿਮਾਰ ਹੈ। ਜੀ ਪਰ ਉਹ ਦਿਨੋਂ ਦਿਨ ਥੱਲੇ ਹੀ ਡਿੱਗਦੀ ਗਈ ਤੇ ਅਖੀਰ ਤੇ ਸਾਹ ਛੱਡ ਗਈ। ਜੀ ਇੱਥੇ ਸਰਕਾਰ ਨੂੰ ਵੀ ਕਹਾਂਗੇ, ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਅੱਜ NRI ਠੱਗੇ ਜਾ ਰਹੇ ਨੇ।
ਅੰਕਲ ਜੀ ਉਹਨਾਂ ਨੇ ਦੱਸਿਆ ਵੀ ਪਹਿਲਾਂ ਇੱਕ ਪਰਚਾ ਦਰਜ ਹੋ ਜਾਂਦਾ ਹੈ, ਪਰ ਉਸ ਪਰਚੇ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਅੰਕਲ ਹਣਾ ਨੂੰ ਇੱਕ ਵਾਰ ਥਾਣੇ ਜਾਂਦੇ ਨੇ, ਇਹਨਾਂ ਦੇ ਸਾਹਮਣੇ ਪਰਚਾ ਲਿਖਿਆ ਜਾਂਦਾ ਹੈ, ਪਰ ਉਹ ਪਰਚਾ ਲਿਖਣ ਤੋਂ ਬਾਅਦ ਨਾ ਤਾਂ ਇਹਨਾਂ ਨੂੰ ਕਿਸੇ ਨੇ ਥਾਣੇ ਬੁਲਾਇਆ ਤੇ ਨਾ ਕਿਸੇ ਨੇ ਕਿਸੇ ਕੋਰਟ ਦੇ ਵਿੱਚ ਇਹਨਾਂ ਨੂੰ ਬੁਲਾਇਆ ਤੇ ਨਾ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਹੋਈ ਹੈ। ਤੇ ਨਾਲ ਦੀ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਹਣਾ ਨੂੰ ਕਵਾਂਗੇ, ਜਦੋਂ ਤੁਹਾਡੀ ਸਰਕਾਰ ਬਣੀ ਹੈ, ਤੁਹਾਡੀ ਸਰਕਾਰ ਦੇ ਵਿੱਚ ਜਿਹੜੀ ਸਭ ਤੋਂ ਵੱਧ ਮਦਦ ਕੀਤੀ ਹੈ, ਜਿਹੜੇ ਸਭ ਤੋਂ ਵੱਧ ਫੰਡ ਦਿੱਤੇ ਗਏ ਆ, ਉਹ NRIs ਵੱਲੋਂ ਦਿੱਤੇ ਗਏ ਆ। ਤੇ ਅੱਜ ਜਿਹੜੀ ਮੁਸੀਬਤ ਆ ਉਹ ਵੀ NRIs ਪਰਿਵਾਰ ਨੂੰ ਪਈ ਹੋਈ ਆ। ਤੁਸੀਂ ਪਹਿਲ ਕਦਮੀ ਕਰਦੇ ਹੋਏ ਸਭ ਤੋਂ ਪਹਿਲਾਂ ਸਾਰੇ ਮੁੱਦੇ ਛੱਡ ਕੇ ਇਸ ਮੁੱਦੇ ਦੇ ਉੱਤੇ ਤੁਸੀਂ ਜਿਹੜੀ ਕਾਰਵਾਈ ਆ ਉਹ ਕਰਵਾਓ। ਬਿਲਕੁਲ ਅੰਕਲ ਜੀ, ਇੱਦਾਂ ਹੀ ਚਾਹੀਦਾ। ਹਾਂ, ਹੋਣਾ ਚਾਹੀਦਾ ਇੱਦਾਂ ਹੀ ਜੀ। ਜੀ ਫੇਰ ਹੀ ਇਨਸਾਫ ਹੈ, ਜੀ ਫੇਰ ਹੀ ਲੋਕਾਂ ਨੂੰ ਹੌਸਲਾ ਹੋਊਗਾ ਸਾਡੀ ਸਰਕਾਰ ਇਨਸਾਫ ਪਸੰਦ ਹੈ। ਜੀ। ਤੇ ਜਿਹੜੇ ਉਦੋਂ ਮੰਨ ਲਓ ਸਮਾਜ ਸੇਵੀ ਆਏ, ਜਿਵੇਂ ਤੁਸੀਂ ਲੱਖੇ ਦਾ ਜ਼ਿਕਰ ਕੀਤਾ, ਲੱਖਾ ਸਿਧਾਣਾ ਪਹੁੰਚੇ, ਅੱਜ ਲੱਖਾ ਸਿਧਾਣਾ ਨੂੰ ਵੀ ਕੋਈ ਬੇਨਤੀ ਕਰੋਗੇ? ਮੈਂ ਤਾਂ ਕਹਿੰਦਾ ਉਹ ਬੜੇ ਤਗੜੇ ਲੀਡਰ ਹੈ, ਬੜੇ ਚੰਗੇ ਬੁਲਾਰੇ ਹੈ, ਜੀ ਤੇ ਉਹਨਾਂ ਨੂੰ ਜਿਵੇਂ ਉਹ ਵਾਅਦਾ ਕਰਕੇ ਗਏ ਆ ਵੀ ਅਸੀਂ ਕਰਾਂਗੇ ਸਾਰਾ ਕੁਛ, ਜੀ ਤੇ ਉਹਨਾਂ ਨੂੰ ਵਾਅਦਾ ਚੇਤੇ ਰੱਖ ਕੇ ਤੇ ਸਾਡੀ ਮਦਦ ਕਰਨੀ ਚਾਹੀਦੀ ਹੈ। ਜੀ। ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਵੀਰ ਲੱਖਾ ਸਿਧਾਣਾ ਨੂੰ ਬੇਨਤੀ ਕਰਾਂਗੇ ਕਿ ਵੀਰ ਜੀ, ਇਸ ਪਰਿਵਾਰ ਦੇ ਨਾਲ ਤੁਸੀਂ ਆ ਕੇ ਖੜੇ ਸੀ। ਕਾਰਵਾਈ ਕਿਸੇ ਹੱਦ ਤੱਕ ਕਾਰਵਾਈ ਸ਼ੁਰੂ ਹੋ ਗਈ ਸੀ ਜਦੋਂ ਤੁਸੀਂ ਇੱਥੇ ਆਣ ਕੇ ਇਸ ਪਰਿਵਾਰ ਦਾ ਸਾਥ ਦਿੱਤਾ ਸੀ, ਪਰ ਅੱਜ ਉਹ ਕਾਰਵਾਈ ਠੰਡੇ ਬਸਤੇ ਦੇ ਵਿੱਚ ਪੈ ਚੁੱਕੀ ਏ। ਅੰਕਲ ਜੀ ਹਣਾ ਨੂੰ ਪਤਾ ਤੱਕ ਨਹੀਂ ਲੱਗਿਆ ਵੀ ਕੀ ਕਾਰਵਾਈ ਹੋ ਰਹੀ ਹੈ, ਕੀ ਨਹੀਂ ਹੋ ਰਹੀ, ਕਿਉਂਕਿ ਕਿਸੇ ਨੇ ਆਣ ਕੇ ਇਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੀਤੀ, ਕੋਈ ਬਿਆਨ ਨਹੀਂ ਦਰਜ ਹੋਇਆ, ਕਿਸੇ ਨੇ ਕੋਰਟ ਦੇ ਵਿੱਚ ਨਹੀਂ ਸੱਦਿਆ। ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਦੁਬਾਰਾ ਇੱਥੇ ਆਓ, ਆਣ ਕੇ ਇਸ ਪਰਿਵਾਰ ਦੀ ਪਹਿਲਾਂ ਦੇ ਵਾਂਗ ਬਾਂਹ ਫੜੋ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਇੱਕ ਤਾਂ ਸਾਡੀ ਪ੍ਰਾਪਰਟੀ ਸਾਰੀ ਉਵੇਂ ਮੁੜਨੀ ਚਾਹੀਦੀ ਹੈ ਜੀ ਜਿਹੜੀ ਸਾਡੀ ਆਪਦੀ ਹੈ, ਜੀ ਤੇ ਬਾਕੀ ਸਰਕਾਰ ਜਿਹੜਾ ਜਾਇਜ਼ ਇਨਸਾਫ ਕਰਨਾ ਹੈ, ਜੀ ਜਿਹੜਾ ਜਾਇਜ਼ ਸਜ਼ਾ ਕਿਸੇ ਨੂੰ ਦੇਣੀ ਹੈ, ਸਜ਼ਾ ਦਾ ਹੱਕਦਾਰ ਹੈ ਕੋਈ, ਜੀ ਉਹਨੂੰ ਸਜ਼ਾ ਵੀ ਹੋਵੇ ਤਾਂ ਹੀ ਸਾਡੇ ਮਨ ਨੂੰ ਸ਼ਾਂਤੀ ਆਊ। ਮੈਂ ਤਾਂ ਆਪਦੀ ਵਾਈਫ ਗਵਾ ਬੈਠਾ, ਜੀ ਬਿਲਕੁਲ ਇਹ ਤਾਂ ਕਿਤੋਂ ਮਿਲਣੀ ਨਹੀਂ ਮੈਨੂੰ। ਬਿਲਕੁਲ ਜੀ ਹੁਣ ਮੈਂ ਇਕੱਲਾ ਇਸ ਘਰ 'ਚ ਰਹਿ ਗਿਆ, ਜੀ ਮੇਰੀ ਕਾਹਦੀ ਜ਼ਿੰਦਗੀ ਹੈ। ਜੀ। ਬੱਚੇ ਤੁਹਾਡੇ ਅੰਕਲ ਜੀ ਉੱਥੇ ਸੈੱਟ ਨੇ ਮਨੀਲਾ? ਬੱਚੇ ਨਹੀਂ ਜੀ, ਬੱਚੇ ਸਾਡੇ ਅਮਰੀਕਾ ਸੈੱਟ ਹੋਏ ਹੋਏ ਆ। ਮਨੀਲਾ ਤੋਂ ਗ੍ਰੈਜੂਏਟ ਹੋ ਕੇ ਡਾਕਟਰ 'ਚ ਉਹ ਉੱਥੇ ਅਮਰੀਕਾ ਚਲੇ ਗਏ ਸੀ। ਤੁਸੀਂ ਕਿੰਨਾ ਟਾਈਮ ਲਾ ਕੇ ਆਏ ਸੀ ਮਨੀਲਾ? ਮਨੀਲਾ ਮੈਨੂੰ ਲੱਗੇ ਹੁਣ 57 ਤੋਂ 2010 ਚ ਆਇਆ ਜੀ। ਕਾਫੀ ਲੰਮਾ 60 ਸਾਲ ਦੇ ਕਰੀਬ ਦਾ ਸਮਾਂ ਤੁਸੀਂ ਹਾਂ, ਉੱਥੇ ਲਾ ਕੇ ਆਏ। 57 ਤੋਂ ਲਾ ਕੇ। ਜੀ। ਵੇਖੋ, ਸਾਰੀ ਜ਼ਿੰਦਗੀ ਦੀ ਕਮਾਈ ਮਨੀਲਾ ਦੇ ਵਿੱਚ ਰਹਿ ਕੇ ਅੰਕਲ ਜੀ ਹਣਾ ਨੇ ਕਮਾਈ ਕੀਤੀ, ਉੱਥੇ ਆਪਣੇ ਬੱਚੇ ਪੜ੍ਹਾਏ ਲਿਖਾਏ, ਬੱਚੇ ਸੈੱਟ ਕੀਤੇ, ਅਮਰੀਕਾ ਭੇਜੇ, ਤੇ ਜਦੋਂ ਆਪਣਾ ਜਿਹੜੀ ਆਪਾਂ ਕਹਿ ਦਿੰਦੇ ਹਾਂ ਰਿਟਾਇਰਮੈਂਟ ਤੋਂ ਬਾਅਦ ਵਾਲੀ ਜ਼ਿੰਦਗੀ ਜਿਉਣ ਲਈ ਇੱਥੇ ਆਏ, ਪਰ ਇੱਥੇ ਆਣ ਕੇ ਬਹੁਤ ਵੱਡੀ ਜਿਹੜੀ ਇਹਨਾਂ ਦੇ ਨਾਲ ਠੱਗੀ ਵੱਜੀ, ਠੱਗੀ ਦਾ ਸ਼ਿਕਾਰ ਹੋਏ। ਤੇ ਅੱਜ ਇਨਸਾਫ ਦੇ ਲਈ ਅੱਜ ਐਡੇ ਵੱਡੇ ਘਰ ਦੇ ਵਿੱਚ ਇਕੱਲੇ ਬੈਠੇ ਹੋਏ ਨੇ। ਬੱਚੇ ਕਹਿੰਦੇ ਨਹੀਂ ਸਾਡੇ ਕੋਲ ਅਮਰੀਕਾ ਆ ਜਾਓ। ਉਹ ਤਾਂ ਕਹਿੰਦੇ ਡੈਡੀ ਛੱਡ ਪਰਾਂ, ਇੱਥੇ ਕੀ ਪਿਆ, ਮੈਂ ਤਾਂ ਤੈਨੂੰ ਪਹਿਲਾਂ ਵੀ ਕਹਿੰਦੇ ਸੀਗੇ ਇੰਡੀਆ 'ਚ ਤੂੰ ਨਾ ਜਾ, ਤੇ ਤੁਸੀਂ ਕਿਹਾ ਕੋਈ ਨਹੀਂ, ਅਸੀਂ ਤੇਰੀ ਮੰਮੀ ਨਾਲ ਹੈ, ਤੇ ਅਸੀਂ ਜਦੋਂ ਤੁਸੀਂ ਕਹੋਗੇ ਆ ਜਾਵਾਂਗੇ ਤੁਹਾਡੇ ਕੋਲ। ਜੀ। ਤੇ ਅੱਜ ਅੰਕਲ ਜੀ ਇੱਥੇ ਇਨਸਾਫ ਦੀ ਉਡੀਕ ਵਿੱਚ ਬੈਠੇ ਹੋਏ। ਅੱਜ ਹਾਲੇ ਮੈਨੂੰ ਵੀਜ਼ਾ ਨਹੀਂ ਮਿਲਿਆ, ਵੀਜ਼ੇ ਤੋਂ ਬਿਨਾਂ ਮੈਂ ਜਾ ਨਹੀਂ ਸਕਦਾ। ਜੀ। 15 ਅਪ੍ਰੈਲ ਨੂੰ ਮੈਂ ਵੀਜ਼ਾ ਲੈਣ ਗਿਆ ਸੀ, ਵੀਜ਼ਾ ਡਿਨਾਈ ਹੋ ਗਿਆ, ਜੀ ਨਹੀਂ ਮੈਂ ਛੱਡ ਕੇ ਨਿਕਲ ਜਾਣਾ ਸੀ ਇੱਥੋਂ। ਜੀ। ਮੇਰਾ ਵੀ ਇੱਥੇ ਕਿਹੜਾ ਹੁਣ ਦਿਲ ਲੱਗਦਾ ਵੀ ਜਿਹੜੀ ਇਹ ਮੇਰੇ ਨਾਲ ਬੀਤੀਆਂ। ਬਿਲਕੁਲ ਜੀ, ਕਿਉਂਕਿ ਤੁਸੀਂ ਐਡਾ ਵੱਡਾ ਧੋਖਾ ਖਾ ਚੁੱਕੇ ਹੋ, ਜਿਸ ਪੰਜਾਬ ਦੀ ਤੰਗ ਕਰਕੇ ਤੁਸੀਂ ਉੱਥੋਂ ਆਏ ਹੋ। ਤੁਸੀਂ ਸੋਚਿਆ ਰਿਟਾਇਰਮੈਂਟ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਰਹਿਣਾ ਹੈ, ਜੇ ਧਰਤੀ ਦੇ ਨਾਲ ਜਿਹੜੀ ਧਰਤੀ ਤੋਂ ਗਏ ਸੀ ਉਸ ਧਰਤੀ ਤੇ ਦੁਬਾਰਾ ਆਏ। ਬਹੁਤ ਮੋਹ ਸੀ ਇਹਦੇ ਨਾਲ ਉਸ ਮੌਕੇ ਤੇ, ਜੀ ਬਹੁਤ ਮੋਹ ਸੀਗਾ। ਜੀ। ਮੈਂ ਸਾਰੇ ਅੱਜ ਹੁਣ ਮੋਹ ਕਿੱਥੇ ਰਹਿ ਗਿਆ, ਅੱਜ ਤਾਂ ਖਤਮ ਹੈ। ਅੱਜ ਤਾਂ ਇਹ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦਾ। ਜੀ। ਵੀਜ਼ਾ ਮਿਲ ਜੇ ਮੈਂ ਛੱਡ ਕੇ ਨਿਕਲ ਜਾਵਾਂ ਇੱਥੋਂ। ਜੀ ਬਿਲਕੁਲ। ਅੰਕਲ ਜੀ ਉਹਨਾਂ ਨੇ ਕਿਹਾ ਵੀ ਅੱਜ ਇਸ ਧਰਤੀ ਦੇ ਨਾਲ ਮੇਰਾ ਮੋਹ ਨਹੀਂ ਰਹਿ ਗਿਆ। ਤੇ ਮੈਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ NRIs ਨੇ ਤੁਹਾਡੀ ਮਦਦ ਬੜੀ ਕੀਤੀ ਹੈ, ਤੇ ਤੁਸੀਂ ਵੀ ਕਿਹਾ ਕਿ ਅਜਿਹੀਆਂ ਪਾਲਿਸੀਆਂ ਬਣਾਈਆਂ ਜਾਣਗੀਆਂ ਜਿਹੜੇ NRIs ਨੇ ਉਹ ਬਾਹਰ ਦੇ ਵਿੱਚ, ਸਾਡੇ ਜਿਹੜੇ ਬੱਚੇ ਬਾਹਰ ਗਏ ਹੋਏ ਨੇ, ਉਹ ਆਪਦੇ ਉੱਥੋਂ ਛੱਡ ਕੇ ਇੱਥੇ ਆਉਣਗੇ, ਕਿਸੇ ਨੂੰ ਬਾਹਰ ਨਹੀਂ ਜਾਣਾ ਪਵੇਗਾ। ਪਰ ਅੱਜ ਅੰਕਲ ਜੀ ਕਹਿ ਰਹੇ ਨੇ ਕਿ ਧਰਤੀ ਦੇ ਨਾਲੋਂ ਮੋਹ ਟੁੱਟ ਗਿਆ। ਕਾਫੀ ਲੰਮਾ ਸਮਾਂ ਵਿਦੇਸ਼ਾਂ ਦੇ ਵਿੱਚ ਲਾਉਣ ਤੋਂ ਬਾਅਦ ਸੋਚਿਆ ਸੀ ਉਸ ਧਰਤੀ ਤੇ ਜਾਈਏ ਜਿੱਥੋਂ ਅਸੀਂ ਆਏ ਸੀ, ਉਸ ਧਰਤੀ ਤੇ ਜਾ ਕੇ ਮੁੜ ਆਪਦਾ ਰਹਿਣ ਬਸੇਰਾ ਕਰੀਏ, ਪਰ ਅੱਜ
ਇਹ ਧਰਤੀ ਦੇ ਨਾਲੋਂ ਵੀ ਮੋਹ ਟੁੱਟ ਗਿਆ ਤੇ ਇਹਨਾਂ ਲੋਕਾਂ ਦੇ ਨਾਲੋਂ ਵੀ ਮੋਹ ਟੁੱਟ ਗਿਆ। ਮੈਂ ਤਾਂ ਇਹੀ ਕਹਿੰਦਾ ਗੌਰਮੈਂਟ ਦਾ ਫਰਜ਼ ਬਣਦਾ ਹੈ ਸਾਨੂੰ ਇਨਸਾਫ ਮਿਲੇ ਜੀ ਜਾਂਦਿਆਂ ਹੋਇਆਂ ਨੂੰ ਆਹ ਤਾਂ ਮਿਲ ਜਾਵੇ ਚੀਜ਼। ਬਿਲਕੁਲ ਬਿਲਕੁਲ ਦਰਸ਼ਕੋ, ਤੁਹਾਨੂੰ ਵਾਰ-ਵਾਰ ਦੱਸ ਰਹੇ ਹਾਂ ਕਿ ਇਸ ਮਾਮਲੇ ਦੇ ਉੱਤੇ ਕਾਰਵਾਈ ਹੋ ਗਈ ਸੀ, ਪਰਚਾ ਦਰਜ ਹੋ ਗਿਆ ਸੀ, ਉਸ ਤੋਂ ਬਾਅਦ ਇਲੈਕਸ਼ਨ ਆ ਜਾਂਦੇ ਆ, ਸਰਕਾਰ ਬਦਲ ਜਾਂਦੀ ਹੈ, ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ। ਸਗੋਂ ਜਿਹੜੀਆਂ ਸਰਕਾਰਾਂ ਨੇ ਇਨਸਾਫ ਦਿਵਾਉਣ ਦੇ ਵਾਅਦੇ ਕੀਤੇ ਸੀ, ਜਿਹੜੀਆਂ ਸਰਕਾਰਾਂ ਨੇ ਕਿਹਾ ਸੀ ਕਿ ਅਸੀਂ ਪਹਿਲੀਆਂ ਸਰਕਾਰਾਂ ਵਰਗੇ ਨਹੀਂ, ਉਸ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਮਸਲੇ ਦੇ ਉੱਤੇ ਆਪਦੀ ਪਹਿਲ ਕਦਮੀ ਕਰਦੇ ਹੋਏ ਅੰਕਲ ਜੀ ਦੇ ਨਾਲ ਇਨਸਾਫ ਜ਼ਰੂਰ ਕਰੋ। ਤੇ ਨਾਲ ਦੀ ਨਾਲ ਦੁਬਾਰਾ ਫਿਰ ਲੱਖੇ ਸਿਧਾਣੇ ਵੀਰ ਨੂੰ ਬੇਨਤੀ ਕਰਦੇ ਹਾਂ ਕਿ ਅੰਕਲ ਜੀ ਤੁਹਾਡੀ ਉਡੀਕ ਦੇ ਵਿੱਚ ਬੈਠੇ ਨੇ। ਅੰਕਲ ਜੀ ਕਹਿੰਦੇ ਨੇ ਕਿ ਅੱਗੇ ਲੱਖੇ ਸਿਧਾਣੇ ਨੇ ਸਾਡੀ ਮਦਦ ਕੀਤੀ ਸੀ ਤੇ ਸਾਡਾ ਮਸਲਾ ਜਿਹੜਾ ਹੈਗਾ ਉਹ ਜਿਹੜੀ ਕਾਰਵਾਈ ਹੈਗੀ ਉਹ ਤੁਰ ਪਈ ਸੀ, ਪਰ ਅੱਜ ਕਾਰਵਾਈ ਠੰਡੇ ਬਸਤੇ ਦੇ ਵਿੱਚ ਹੈ ਤੇ ਕੋਈ ਕਿਸੇ ਤਰ੍ਹਾਂ ਦਾ ਅੰਕਲ ਜੀ ਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ। ਅਮਰਤਪਾਲ ਸਿੰਘ ਨੇ ਵੀ ਕਿਹਾ ਸੀ ਸਾਨੂੰ ਬਈ ਹਾਂ MLA, ਉਦੋਂ ਹਲੇ ਇਲੈਕਸ਼ਨ ਹੋਇਆ ਨਹੀਂ ਸੀ ਜੀ, ਕਹਿੰਦੇ ਸੀ ਜੇ ਸਾਡੀ ਸਰਕਾਰ ਬਣ ਗਈ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਜੀ। ਅੰਕਲ ਜੀ ਇਹਨਾਂ ਦਾ ਘਰੇ ਆ ਕੇ ਕਹਿ ਕੇ ਗਏ ਆ। ਜੀ ਜੀ ਅੰਕਲ ਜੀ ਇਹਨਾਂ ਦਾ ਕਹਿਣਾ ਕਿ ਜਿਹੜੇ ਇੱਥੋਂ ਦੇ ਮਾਨਯੋਗ MLA ਸਾਹਿਬ ਨੇ ਅਮਰਤਪਾਲ ਸਿੰਘ, ਉਹਨਾਂ ਨੇ ਵੀ ਕਿਹਾ ਸੀਗਾ ਕਿ ਜਦੋਂ ਸਾਡੀ ਸਰਕਾਰ ਬਣ ਜਾਵੇਗੀ ਅਸੀਂ ਤੁਹਾਨੂੰ ਇਨਸਾਫ ਜ਼ਰੂਰ ਦਵਾਵਾਂਗੇ। ਸਰਦਾਰ ਅਮਰਤਪਾਲ ਸਿੰਘ ਜੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਹਾਡੀ ਸਰਕਾਰ ਵੀ ਬਣ ਚੁੱਕੀ ਹੈ, ਤੁਸੀਂ ਇਸ ਹਲਕੇ ਦੇ MLA ਵੀ ਬਣ ਚੁੱਕੇ ਹੋ, ਪਰ ਅੰਕਲ ਜੀ ਦਾ ਜਿਹੜਾ ਇਨਸਾਫ ਆ ਉਹ ਕਿਤੇ ਨਾ ਕਿਤੇ ਅੜਿਆ ਹੋਇਆ ਵਾ, ਕਿਤੇ ਨਾ ਕਿਤੇ ਗੱਡੀ ਉੱਥੇ ਦੀ ਉੱਥੇ ਖੜੀ ਹੋਈ ਆ। ਤੁਸੀਂ ਵੀ ਇਸ ਮਸਲੇ ਦੇ ਉੱਤੇ ਆਪਦੀ ਪਹਿਲ ਕਦਮੀ ਕਰਦੇ ਹੋਏ ਅੰਕਲ ਜੀ ਨੂੰ ਇਨਸਾਫ ਦਿਵਾਓ। ਡਾਕਟਰ ਸਾਹਿਬ, ਤੁਸੀਂ ਕਿੱਦਾਂ ਦੇਖਦੇ ਹੋ ਇਹ ਸਾਰੇ ਵਰਤਾਰੇ ਨੂੰ? ਕਿੱਦਾਂ ਦੇਖਦੇ? ਦੇਖੋ ਜਸਵੀਰ ਜੀ, ਮਤਲਬ ਸਮਾਜਿਕ ਪੱਧਰ ਤੇ ਤਾਂ ਘਿਨਾਉਣੀਆਂ ਹਰਕਤਾਂ ਹੈ ਹੀ ਹੈ ਜੀ। ਨਿੱਜੀ ਤੌਰ ਤੇ ਕਿਸੇ ਦਾ ਕੋਈ 2 ਕਰੋੜ ਦਾ ਨੁਕਸਾਨ ਹੋਇਆ ਹੋਵੇ, 4 ਕਰੋੜ ਦਾ ਹੋਵੇ, ਚਾਹੇ 2000 ਦਾ ਹੋਵੇ, ਬਹੁਤ ਮਾੜੀ ਗੱਲ ਹੈ, ਗਲਤ ਹੈ। ਜੇਕਰ ਉਹ ਮਤਲਬ ਕਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਬਜ਼ੁਰਗ ਨੇ ਮਤਲਬ ਜਿਹੜਾ ਹੈਗਾ ਹੁਣ ਉਹ ਕੋਈ ਉੱਥੇ ਕੋਈ ਇਹ ਤਾਂ ਹੈ ਨਹੀਂ ਵੀ ਉੱਥੇ ਕੋਈ ਬਹੁਤ ਵੱਡੀ ਪੋਸਟ 'ਤੇ ਕੰਮ ਕੀਤਾ ਹੋਣਾ ਉਹਨਾਂ ਨੇ। ਅਕਸਰ ਜਿਹੜੇ ਵੇਲਿਆਂ ਦੇ ਵਿੱਚ ਗਏ ਹੈ ਮਨੀਲਾ ਵਰਗੇ ਕੰਟਰੀ ਦੇ ਵਿੱਚ ਪਾਈ ਜੋੜੀ ਹੋਊਗੀ, ਹੈ ਨਾ। ਅਤੇ ਇਸ ਤਰ੍ਹਾਂ ਮਤਲਬ ਕਿਸੇ ਸ਼ਖਸੀਅਤ ਨੂੰ ਬੁਢਾਪੇ ਦੇ ਵਿੱਚ ਤੜਫਾਉਣਾ, ਔਰ ਜਿਸ ਤਰ੍ਹਾਂ ਉਹ ਦੱਸਦੇ ਆ ਵੀ ਮਾਤਾ ਦੀ ਡੈੱਡ ਬੋਡੀ ਇੱਥੇ ਪਈ ਰਹੀ, ਮਤਲਬ ਉਦੋਂ ਵੀ ਕਾਫੀ ਲੋਕ ਆਏ, ਹੈ ਨਾ, ਅਜੇ ਤੱਕ ਵੀ ਕਿਸੇ ਪਾਸੇ ਕੋਈ ਨਿਆਂ ਵਾਲੀ ਗੱਲ ਨਾ ਹੋਣਾ। ਇਹ ਸਾਰੀਆਂ ਗੱਲਾਂ ਮਤਲਬ ਜਿੱਥੇ ਇੱਕ ਨਿੱਜੀ ਤੌਰ 'ਤੇ ਇਸ ਅੰਕਲ ਦੇ ਨਾਲ, ਸਰਦਾਰ ਸੁਰਜੀਤ ਸਿੰਘ ਦੇ ਨਾਲ ਸੰਬੰਧ ਰੱਖਦੀਆਂ ਅਤੇ ਮਾੜੀਆਂ, ਉੱਥੇ ਇੱਕ ਮਤਲਬ ਇੱਕ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਹਰਕਤ ਦਾ ਮਤਲਬ ਚੱਲਦੇ ਰਹਿਣਾ, ਲਗਾਤਾਰ ਚੱਲਦੇ ਰਹਿਣਾ, ਔਰ ਉਹਦਾ ਕਿਸੇ ਪਾਸੇ ਮਤਲਬ ਕੋਈ ਨਿਆਂ ਨਾ ਹੋਣਾ, ਇਹ ਵਰਤਾਰਾ ਜਿਹੜਾ ਹੈਗਾ ਇਹ ਸਾਡੇ ਵਾਸਤੇ ਮਤਲਬ ਜਿਹੜਾ ਹੈ ਨਾ ਜੀ ਬਹੁਤ ਮਾੜਾ ਹੈ, ਬਹੁਤ ਨਿੰਦਣੀਏ ਹੈ। ਇਹ ਐਡਾ ਵੱਡਾ ਫਰਾਡ ਹੋ ਗਿਆ। ਤੁਹਾਨੂੰ ਕੀ ਲੱਗਦਾ ਵਾ ਵੀ ਇਹ ਜਿਹੜੇ ਆਫਿਸਰ ਨੇ, ਆਫਿਸਰ ਲੌਬੀ ਹੈ, ਜਾਂ ਜਿਹੜੇ ਪੋਲੀਟੀਕਲ ਲੋਕ ਨੇ ਜਿਵੇਂ ਇੱਥੋਂ ਦੇ MLA ਸਾਹਿਬ ਨੇ ਜਾਂ ਹੋਰ ਜਿਹੜੇ ਮੰਨ ਲਓ ਮੰਤਰੀ ਸਾਹਿਬ ਨੇ, ਇਹ ਉਹਨਾਂ ਦੀ ਨੌਲੇਜ ਨਹੀਂ ਹੋਊਗੀ ਗੱਲ? ਨਹੀਂ ਜੀ, ਨੌਲੇਜ ਕਿਉਂ, ਉਹ ਤਾਂ ਦੱਸ ਹੀ ਰਹੇ ਨੇ ਵੀ ਉਹ ਸਾਰੇ ਆ ਕੇ ਗਏ ਨੇ ਇੱਥੇ। ਜੋ ਬੰਦਾ ਹੁਣ ਪਹੁੰਚ ਗਿਆ, ਜੇ ਤਾਂ ਇਹਨਾਂ ਨੇ ਜਾ ਕੇ ਦੱਸਿਆ ਹੋਵੇ ਤਾਂ ਜੇ ਫਿਰ ਵੀ ਆਪਾਂ ਕਹਿ ਸਕਦੇ ਹਾਂ ਵੀ ਥੋੜ੍ਹਾ ਬਹੁਤਾ ਮਤਲਬ ਨਾ, ਜੋ ਬੰਦਾ ਇੱਥੇ ਇਹਨਾਂ ਦੇ ਕੋਲੇ ਘਰੇ ਆ ਕੇ ਗਏ ਹੈ ਤਾਂ ਉਹਨਾਂ ਨੂੰ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ। ਔਰ ਖ਼ਾਸ ਤੌਰ 'ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਡੈੱਡ ਬੋਡੀ ਇੱਥੇ ਪਈ ਸੀ, ਅਤੇ ਇਹੋ ਜਿਹੀ ਤਾਂ ਕੋਈ ਸ਼ੱਕ ਵੀ ਨਹੀਂ ਹੈ। ਔਰ ਇਹਦੇ ਵਿੱਚ ਕੋਈ ਮਤਲਬ ਅਤ ਕਥਨੀ ਨਹੀਂ ਹੈ ਕਿ ਸਿਸਟਮ ਦੀ ਇਨਵੋਲਵਮੈਂਟ ਤੋਂ ਬਿਨਾਂ ਫਰਾਡ ਨਹੀਂ ਹੋ ਸਕਦੇ। ਅਧਿਕਾਰੀਆਂ ਦੀ ਮਤਲਬ ਮਿਲੀ ਭੁਗਤ ਬਿਨਾਂ, ਮੈਂ ਪੰਜਾਬੀ ਦੇ ਵਿੱਚ ਕਹਿ ਦੇਵਾਂ ਕਿ ਮਤਲਬ ਫਰਾਡਸ ਜਿਹੜੇ ਹੈਗੇ ਆ ਉਹ ਸਿਰੇ ਨਹੀਂ ਲੱਗ ਸਕਦੇ। ਕਾਨੂੰਨ ਦੇ ਰਖਵਾਲਿਆਂ ਨੂੰ ਕਾਨੂੰਨ ਦੀ ਰਾਖੀ ਕਰਨੀ ਚਾਹੀਦੀ ਹੈ, ਫਿਰ ਕੋਈ ਸੰਭਾਵਨਾ ਨਹੀਂ ਰਹਿ ਜਾਂਦੀ ਇਸ ਤਰ੍ਹਾਂ ਦੀ। ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ। ਜਿੱਥੋਂ ਇਸ ਫਰਾਡ ਦੀ ਸ਼ੁਰੂਆਤ ਹੋਈ, ਜਿੱਥੋਂ ਨੀਂਹ ਰੱਖੀ ਗਈ, ਜੋ ਤਹਿਸੀਲਦਾਰ ਸਾਹਿਬ ਦੇ ਕੋਲ ਰਜਿਸਟਰੀ ਹੋਈ, ਜੇ ਉਹ ਸੁਹਿਰਦ ਹੁੰਦੇ, ਜੇ ਉਹ ਇਹਨਾਂ ਨੂੰ ਬਚਾਉਣਾ ਚਾਹੁੰਦੇ ਜਾਂ ਉਹਨਾਂ ਦੀ ਕੋਈ ਮਿਲੀ ਭੁਗਤ ਨਾ ਹੁੰਦੀ, ਤੇ ਮੈਨੂੰ ਲੱਗਦਾ ਅਗਲਾ ਸਟੈਪ ਉੱਥੋਂ ਚੱਲਿਆ ਹੀ ਨਹੀਂ ਸੀ ਜਾ ਸਕਦਾ। ਬਿਲਕੁਲ ਜੀ। ਹੁਣ ਜਿਹੜੀ ਇੱਕ ਰਜਿਸਟਰੀ ਹੈ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ, ਆਪਾਂ ਰੂਟੀਨ ਦੇ ਵਿੱਚ ਜਾਂਦੇ ਹਾਂ ਮੈਜਿਸਟਰੇਟ ਦੇ ਸਾਹਮਣੇ, ਮਤਲਬ ਉਹਨਾਂ ਦਾ ਉਹ ਇਖਲਾਕੀ ਫਰਜ਼ ਹੁੰਦਾ, ਔਰ ਕਾਫੀ ਆਮ ਕੇਸਾਂ ਦੇ ਵਿੱਚ ਉਹ ਇਹ ਕਰਦੇ ਵੀ ਨੇ। ਜੇ ਖਾਸ ਤੌਰ 'ਤੇ ਜੇ ਕੋਈ ਅਨਪੜ੍ਹ ਬੰਦਾ
ਜਾਂ ਕੋਈ ਉਸ ਤਰ੍ਹਾਂ ਦਾ ਬੰਦਾ, ਬਜ਼ੁਰਗ ਬੰਦਾ, ਜਦੋਂ ਉਹ ਜਾ ਕੇ ਕੋਈ ਆਪਣੀ ਪ੍ਰਾਪਰਟੀ ਦੀ ਡੀਡ ਕਰਵਾਉਂਦਾ ਹੈ ਜਾਂ ਕੁਝ ਕਰਵਾਉਂਦਾ, ਬੜਾ ਬਕਾਇਦਾ ਪੁੱਛਦੇ ਹੈ, ਉਹਨੂੰ ਦੱਸਦੇ ਹੈ ਕਿ ਆਹ ਕੁਝ ਲਿਖਿਆ ਹੋਇਆ ਹੈ, ਇੰਨੇ ਦੇ ਵਿੱਚ ਸੌਦਾ ਹੋਇਆ, ਪੈਸੇ ਤੁਹਾਨੂੰ ਮਿਲ ਗਏ ਕਿ ਨਹੀਂ ਮਿਲ ਗਏ, ਤੁਸੀਂ ਆਪਣੀ ਇੱਛਾ ਨਾਲ ਵੇਚ ਰਹੇ ਹੋ। ਈਵਨ ਜਿਹੜੀਆਂ ਮਤਲਬ ਜਿਹੜੀਆਂ ਕੋਈ ਆਹ ਵੈਲ ਵਗੈਰਾ ਕਰਦੇ ਆ ਆਪਾਂ, ਜਿਹੜੀਆਂ ਵਸੀਅਤਾਂ ਕਰਦੇ ਆ, ਉਹਦੇ ਵਿੱਚ ਵੀ ਉਹ ਬਕਾਇਦਾ ਤੌਰ ਤੇ ਪੁੱਛਦੇ। ਕਾਨੂੰਨ ਤਾਂ ਹੈ ਹੀ ਹੈ, ਗੱਲ ਤਾਂ ਇਹ ਹੈ ਕਿ ਉਹਦੇ ਤੇ ਮਤਲਬ ਅਮਲ ਕੋਈ ਕਰ ਰਿਹਾ ਮੌਕੇ ਤੇ ਬੈਠਾ ਅਧਿਕਾਰੀ, ਕੁਰਸੀ ਤੇ ਬੈਠਾ, ਜਿਹਦੀ ਉਹਦੀ ਡਿਊਟੀ ਹੈ ਅਕਸਰ ਕਰਨਾ। ਕਾਨੂੰਨ ਨੇ ਇਨਸਾਨ ਦੇ ਰਾਹੀਂ ਡਿਲੀਵਰ ਹੋਣਾ ਨਾ, ਤੇ ਇਨਸਾਨ ਜਿਹੜਾ ਹੈਗਾ ਉਹ ਮਤਲਬ ਚੰਦ ਛਿੱਲੜਾਂ ਦੇ ਪਿੱਛੇ ਸਾਰਾ ਕੁਝ ਭੁੱਲ ਜਾਂਦਾ। ਮਤਲਬ ਇੱਕ ਖਾਸ ਤੌਰ ਤੇ ਜਿਹੜੀਆਂ ਇਹੋ ਜਿਹੀਆਂ ਉਦਾਹਰਨਾਂ ਜਿਹੜੀਆਂ ਸਮਾਜਿਕ ਤਾਣੇ ਬਾਣੇ ਵਾਸਤੇ ਕੱਲ੍ਹ ਨੂੰ ਇਹਨਾਂ ਹੀ ਅਧਿਕਾਰੀਆਂ ਦੇ, ਮੰਨ ਲਓ ਮੈਂ ਮੰਨ ਲਓ ਕਿਸੇ ਗਲਤ ਪ੍ਰਤੀਕਿਰਿਆ, ਕਿਸੇ ਗਲਤ ਪ੍ਰਕਿਰਿਆ ਦੇ ਵਿੱਚ ਮੈਂ ਹਿੱਸੇਦਾਰ ਬਣਦਾ ਹਾਂ, ਤੇ ਮੈਨੂੰ ਇਹ ਗੱਲ ਦਾ ਵੀ ਤਾਂ ਧਿਆਨ ਰੱਖਣਾ ਚਾਹੀਦਾ ਕਿ ਕੱਲ੍ਹ ਨੂੰ ਮੇਰੇ ਵੀ ਬੱਚਿਆਂ ਨੇ ਇੱਥੇ ਹੀ ਰਹਿਣਾ, ਔਰ ਜਿਸ ਸਮਾਜ ਦੇ ਵਿੱਚ ਮੈਂ ਇਹ ਗਲਤ ਰੀਤ ਦਾ ਬੀਜ ਰਿਹਾ, ਉਸੇ ਸਮਾਜ ਦੇ ਵਿੱਚ ਮੇਰੇ ਰਿਸ਼ਤੇਦਾਰਾਂ ਨੇ, ਮੇਰੇ ਭੈਣ ਭਰਾਵਾਂ ਨੇ, ਮੇਰੇ ਬੱਚਿਆਂ ਨੇ ਇੱਥੇ ਹੀ ਰਹਿਣਾ, ਔਰ ਇਸ ਸਮਾਜ ਨੂੰ ਮੈਂ ਗੰਧਲਾ ਕਰ ਰਿਹਾ ਤਾਂ ਮੇਰੇ ਮਤਲਬ ਅੱਗ ਕਹਿੰਦੇ ਹੁੰਦੇ ਆ ਨਾ, ਜਿਹੜੀ ਉਹ ਉੱਚਾ ਨੀਵਾਂ, ਖੱਬਾ ਸੱਜਾ, ਤੇਰਾ ਮੇਰਾ ਕੁਝ ਨਹੀਂ ਦੇਖਦੀ। ਅਲਾਮਤ ਜਿਹੜੀ ਹੈਗੀ ਆ ਉਹ ਸਮਾਜ ਦੇ ਵਿੱਚ ਜਦੋਂ ਤੁਸੀਂ ਉਹਦਾ ਬੀਜ ਤਾਂ ਉਹਨੇ ਫੈਲ ਜਾਣਾ, ਉਹਨੇ ਸਾਰਿਆਂ ਨੂੰ ਮਤਲਬ ਜਿਹੜਾ ਹੈਗਾ ਉਹ ਜਿਹੜਾ ਪ੍ਰਭਾਵਿਤ ਕਰਨਾ ਹੈ। ਅਖੀਰ ਤੇ ਵੀ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਹੈ, ਸਭ ਤੋਂ ਵੱਡਾ ਜਿਹੜਾ ਸਹਿਯੋਗ ਆ NRI ਵੀਰ ਕਰਦੇ ਨੇ। ਅੱਜ ਜਿਹੜੀ ਠੱਗੀ ਹੈ ਇਹ ਵੀ NRI ਪਰਿਵਾਰ ਦੇ ਨਾਲ ਹੋਈ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਭਗਵੰਤ ਮਾਨ ਜੀ ਕਹਿੰਦੇ ਸੀਗੇ ਕਿ ਅਜਿਹੀਆਂ ਪਾਲਿਸੀਆਂ ਲੈ ਕੇ ਆਵਾਂਗੇ ਕਿ ਜਿਹੜੇ NRI ਸਾਡੇ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਗਏ ਹੋਏ ਨੇ ਉਹ ਵਾਪਸ ਆਣ ਕੇ ਇੱਥੇ ਆਪਦਾ ਕਾਰੋਬਾਰ ਕਰਨਗੇ। ਤੁਹਾਨੂੰ ਕੀ ਲੱਗਦਾ ਇਹ ਸਰਕਾਰ ਕਹਿੰਦੀ ਕੀ ਸੀ, ਅੱਜ ਚੱਲ ਕਿੱਧਰ ਨੂੰ ਰਹੀ ਹੈ? ਬਿਲਕੁਲ ਜੀ, ਇਹ ਤਾਂ ਹੋਰ ਵੀ ਮਤਲਬ ਜਿਹੜਾ ਹੈ ਨਾ, ਜੇ ਦੇਖੋ, ਜੇ ਇਹਦੀ ਮਹੱਤਤਾ ਨੂੰ ਦੇਖਿਆ ਜਾਏ, ਜੇ ਸਾਡੇ CM ਸਾਹਿਬ ਮੰਨ ਲਓ ਉਹਨਾਂ ਨੂੰ ਉਹ ਇੱਕ ਇਸ ਗੱਲ ਦੇ ਉੱਤੇ ਬਿਆਨ ਦੇ ਰਹੇ ਨੇ ਕਿ ਜਿਹੜੇ ਪੰਜਾਬ ਤੋਂ ਸ਼ਿਫਟ ਹੋ ਕੇ ਲੋਕ ਜਿਹੜੇ ਗਏ ਹੈ ਉਹ ਵਾਪਸ ਪੰਜਾਬ ਦੇ ਵਿੱਚ ਆਉਣਗੇ। ਦੇਖੋ, ਇਹਦਾ ਮਤਲਬ ਇਹ ਸਾਰਾ ਵਰਤਾਰਾ ਜਿਹੜਾ ਹੈਗਾ ਇਹ ਸਾਡੇ ਵਾਸਤੇ ਇੱਕ ਵੱਡੇ ਲੈਵਲ ਦਾ ਘਟਨਾਕ੍ਰਮ ਤਾਂ ਹੈਗਾ ਹੀ ਹੈਗਾ ਨਾ। ਸਾਡਾ ਲਗਾਤਾਰ ਬ੍ਰੇਨ ਡਰੇਨ ਜਿਹੜਾ ਹੈਗਾ ਉਹ ਬਾਹਰ ਜਾ ਰਿਹਾ ਹੈ। ਇੱਥੇ ਜਿਹੜਾ ਰੁਜ਼ਗਾਰ ਦੇ ਸਾਧਨ ਨਹੀਂ ਪੈਦਾ ਕਰ ਸਕੇ ਅਸੀਂ, ਉਹਦੇ ਕਰਕੇ ਜਾ ਰਹੇ ਨੇ। ਤੇ CM ਸਾਹਿਬ ਇਹ ਗੱਲ ਮਹਿਸੂਸ ਕਰਦੇ ਹੈ ਕਿ ਇਹ ਚੀਜ਼ ਜਿਹੜੀ ਹੋ ਰਹੀ ਹੈ ਇਹ ਗਲਤ ਹੋ ਰਹੀ ਹੈ। ਸੋ ਹੁਣ ਜੇ ਉਹਨਾਂ ਦੇ ਇਹ ਗੱਲ ਵੀ ਉਹਨਾਂ ਨੂੰ ਪਤਾ ਹੈ ਕਿ ਗਲਤ ਹੋ ਰਹੀ ਹੈ, ਔਰ ਅੱਜ ਉਹ ਮਤਲਬ ਸਟੇਟ ਦੇ CM ਤੋਂ ਵੱਧ ਕੁਝ ਹੋਰ ਹੁੰਦਾ ਵੀ ਨਹੀਂ, ਔਰ ਮੈਂ ਸਮਝਦਾ ਕਿ ਮਤਲਬ ਐਡੀ ਵੱਡੀ ਸਮੱਸਿਆ ਵੀ ਨਹੀਂ ਹੈ। ਜੇ ਕਿਤੇ ਮਤਲਬ ਜਿਹੜਾ ਹੈਗਾ ਵੀ ਇੱਕ ਸਾਫ਼ ਨੀਅਤ ਦੇ ਨਾਲ, ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਵੀ ਉਹ ਕਿੰਨੀ ਤਵੱਜੋ ਦੇਣੀ ਚਾਹੁੰਦੇ ਇਸ ਗੱਲ ਨੂੰ, ਪਰ ਜੇ ਇੱਕ ਮਤਲਬ ਵਧੀਆ ਤਰੀਕੇ ਦੇ ਨਾਲ ਇਹਨੂੰ ਅਲਾਮਤ ਨੂੰ, ਜਿਵੇਂ ਉਹ ਖੁਦ ਵੀ ਸਮਝ ਹੀ ਰਹੇ ਨੇ, ਇਹਦਾ ਹੱਲ ਕਰਨਾ ਹੋਵੇ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਮਤਲਬ ਜਿਹੜਾ ਹੈਗਾ MLA ਪੱਧਰ ਤੇ ਬਕਾਇਦਾ ਤੌਰ ਤੇ ਹਰੇਕ ਹਲਕੇ ਦੇ ਵਿੱਚ ਅਜਿਹੀਆਂ ਜਿੰਨੀਆਂ ਕੋਈ ਸਮੱਸਿਆਵਾਂ ਹੈਗੀਆਂ ਉਹਨਾਂ ਦਾ ਮਤਲਬ ਜਿਹੜਾ ਹੈਗਾ, ਚਾਹੇ ਉਹ ਸੋਸ਼ਲੀ ਬੈਠ ਕੇ ਜਾਂ ਅਧਿਕਾਰੀਆਂ ਨੂੰ ਇਨਵੋਲਵ ਕਰਕੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ, ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸਿਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮਤਲਬ ਅੱਗੇ ਲਿਆਉਣੀਆਂ ਚਾਹੀਦੀਆਂ, ਨਿਆਂ ਤੇ ਤਰਕ ਸੰਗਤ ਹੋਣੀਆਂ ਚਾਹੀਦੀਆਂ। ਉਹਦਾ ਕਾਰਨ ਕਿਉਂ ਹੋਣੀਆਂ ਚਾਹੀਦੀਆਂ? ਮੈਂ ਸਮਝਦਾ ਕਿ ਜਿਸ ਹਾਲਾਤ ਦੇ ਵਿੱਚੋਂ ਅੱਜ ਇਹ ਖਿੱਤਾ ਜਿਹੜਾ ਹੈਗਾ ਗੁਜ਼ਰ ਰਿਹਾ ਹੈ, ਪੰਜਾਬੀ ਕੌਮ ਸਾਰੀ ਜਿਸ ਹਾਲਾਤ ਦੇ ਵਿੱਚੋਂ ਗੁਜ਼ਰ ਰਹੀ ਹੈ, ਉਹਦੇ ਵਿੱਚ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜੇ ਹੈਗੇ ਆ, ਆਰਥਿਕ ਘੇਰਾਬੰਦੀ ਜਿਹੜੀ ਸਾਡੀ ਹੋ ਚੁੱਕੀ ਹੈ, ਜਿਹੜੀ ਮਤਲਬ ਜਿਹੜੀ 3.5 ਲੱਖ ਕਰੋੜ ਦੀ ਕਰਜ਼ਾਈ ਸਟੇਟ ਹੈ, ਉਹਦੇ ਵਿੱਚ ਅਜਿਹੀਆਂ ਗੱਲਾਂ ਬਹੁਤ ਮਹੱਤਤਾ ਰੱਖਦੀਆਂ। ਇੱਕ ਪੰਜਾਬ ਇੱਥੇ ਵਸ ਰਿਹਾ, ਇੱਕ ਪੰਜਾਬ ਪੂਰੀ ਦੁਨੀਆ ਦੇ ਵਿੱਚ ਵਸ ਰਿਹਾ। ਉਸ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬ ਦਾ ਦਿਲ, ਸੈਂਟੀਮੈਂਟਸ, ਭਾਵਨਾਵਾਂ, ਉਹ ਸਾਰੀਆਂ ਇੱਥੇ ਵੱਲ ਖਿੱਚਦੀਆਂ ਨੇ, ਔਰ ਉਹ ਮਤਲਬ ਜਿਹੜਾ ਹੈਗਾ ਉਹਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡੀ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਕਰਜ਼ਾਈ ਸਟੇਟ ਨੂੰ ਹੱਥ ਪਾ ਕੇ ਠੁੰਮਣਾ ਦੇਣ ਵਾਸਤੇ NRI ਵੀਰਾਂ ਦਾ ਬਹੁਤ ਵੱਡਾ ਰੋਲ ਹੋ ਸਕਦਾ, ਔਰ ਨਿਭਾ ਵੀ ਰਹੇ ਨੇ। ਔਰ ਉਹਨੂੰ ਹੋਰ ਪ੍ਰਫੁੱਲਤ ਕਰਨ ਵਾਸਤੇ ਇੱਥੋਂ ਦਾ ਮਾਹੌਲ ਜਿਹੜਾ ਹੈਗਾ ਉਹ ਇੰਨਾ ਤਰਕ ਸੰਗਤ ਹੋਣਾ ਚਾਹੀਦਾ ਹੈ, ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਕਿਸੇ ਦੇ ਨਾਲ ਵੀ, ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਬੰਦੇ ਨਾਲ ਅਗਰ ਕੋਈ ਇਸ ਤਰ੍ਹਾਂ ਦਾ ਉੱਚਾ ਨੀਚਾ ਹੁੰਦਾ ਤਾਂ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਸਿਸਟਮ ਦੇ ਰਾਹੀਂ, ਪੋਲੀਟੀਕਲ ਸਿਸਟਮ ਰਾਹੀਂ, ਔਰ ਈਵਨ ਮੈਂ ਸਮਝਦਾ ਵੀ ਸਾਡੇ ਪਿੰਡਾਂ ਦੇ ਲੋਕਾਂ ਦੁਆਰਾ, ਸਮਾਜ ਦੁਆਰਾ ਵੀ, ਮਤਲਬ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਹੈਗਾ, ਜਿੱਦਾਂ ਹੁਣ ਇਹ ਜਿਹੜੇ ਪਿੰਡ ਤੋਂ ਨੇ ਅੰਕਲ,
ਮੈਂ ਸਮਝਦਾ ਉਸ ਪਿੰਡ ਦੇ ਨਗਰ ਦੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਇਸ ਗੱਲ ਦਾ ਨਿਤਾਰਾ ਕਰਨ। ਕੋਈ ਨੇੜੇ ਤੇੜੇ ਦੇ ਪਿੰਡ ਦੇ ਹੀ ਹੋਣਗੇ ਨਾ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਹੈ, ਤਾਂ ਸਮਾਜਿਕ ਪ੍ਰੈਸ਼ਰ ਵੀ ਤਾਂ ਬਣ ਸਕਦਾ ਨਾ, ਉਹਨਾਂ ਨਾਲ ਗੱਲ ਕਰਨ ਕਿ ਇਹ ਭਾਈ ਕਿਉਂ ਹੋਇਆ, ਕਿਉਂ ਕੀਤਾ, ਇਹਨੂੰ ਠੀਕ ਕਰੋ, ਐਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਦੀਆਂ ਸਾਨੂੰ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹੋ? ਤੇ ਦੂਜੀ ਗੱਲ ਇਹ, ਜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੇ ਅੱਗੇ ਦਾ ਪਲਾਨ ਕੀ ਹੋਵੇਗਾ? ਦੇਖੋ, ਇਨਸਾਫ ਮਿਲਣਾ ਜ਼ਰੂਰੀ ਬਹੁਤ ਹੈ। ਮਤਲਬ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ, ਮੈਂ ਗੱਲ ਮਤਲਬ ਜਿਹੜੀ ਹੈ ਨਾ, ਮੈਨੂੰ ਮੇਰੇ ਦਿਲ ਨੂੰ ਜਿਹੜੀ ਗੱਲ ਲੱਗ ਰਹੀ ਆ ਉਹ ਇਹ ਹੈ ਕਿ ਮਤਲਬ ਗੱਲ ਇਕੱਲੀ ਇੱਕ ਇਨਸਾਨ ਦੇ ਨਾਲ ਵੱਜੀ ਹੋਈ ਠੱਗੀ ਦੀ ਜਾਂ ਉਹਦੇ ਹੋਏ ਆਰਥਿਕ ਨੁਕਸਾਨ ਦੀ ਨਹੀਂ ਹੈ। ਮਤਲਬ ਜਿਹਨੂੰ ਕਹਿੰਦੇ ਹੁੰਦੇ ਆ ਨਾ, ਗੱਲ ਸਹੇ ਦੀ ਨਹੀਂ ਹੈ, ਗੱਲ ਪਏ ਦੀ ਹੈ। ਸੋ ਮਤਲਬ ਔਰ ਦੂਸਰੀ ਗੱਲ, ਇਹ ਚੀਜ਼, ਇਹੀ ਗੱਲਾਂ, ਮਤਲਬ ਇਹੀ ਵਰਤਾਰਾ ਅਗਰ ਅੱਜ ਤੋਂ ਪਹਿਲੀਆਂ ਸਰਕਾਰਾਂ ਦੇ ਵਿੱਚ ਹੋਇਆ ਹੁੰਦਾ ਤਾਂ ਸ਼ਾਇਦ ਮਤਲਬ ਮੈਂ ਵੀ ਇਹ ਗੱਲ ਨਾ ਕਰਦਾ, ਕਿਉਂਕਿ ਉਦੋਂ ਇੱਕ ਮਤਲਬ ਜਿਹੜਾ ਹੈ ਨਾ, ਸਾਡੇ ਵਿੱਚ ਇੱਕ ਨਿਰਾਸ਼ਾ ਦਾ ਆਲਮ ਸੀਗਾ। ਮਤਲਬ ਸਾਨੂੰ ਨਹੀਂ ਸੀ ਲੱਗਦਾ ਕਿ ਕਿਤੇ ਕੋਈ ਇਸ ਤਰ੍ਹਾਂ ਦਾ ਮਤਲਬ। ਪਰ ਹੁਣ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਆਸ ਦੇ ਆਲਮ ਦੇ ਵਿੱਚ ਲੈ ਕੇ ਆਂਦਾ ਹੈ, ਉਹਨਾਂ ਦੀ ਖਾਸ ਤੌਰ 'ਤੇ ਡਿਊਟੀ ਬਣਦੀ ਹੈ ਔਰ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਇਹ ਜਿਹੜੀ ਆਸ ਜਗੀ ਹੈ, ਜਿਹੜੀ ਲੋਕਾਂ ਨੇ ਮਤਲਬ ਜਿਹੜਾ ਹੈਗਾ ਇੱਕ ਪਾਸੇ ਭੁਗਤਾਨ ਕੀਤਾ ਹੈ ਲੋਕਾਂ ਨੇ, ਤਾਂ ਇਹ ਆਸ ਜਿਉਂਦੀ ਰੱਖਣ ਵਾਸਤੇ ਸਾਨੂੰ ਸਾਰਿਆਂ ਨੂੰ ਤਤਪਰ ਹੋਣਾ ਚਾਹੀਦਾ ਹੈ। ਔਰ ਜੇਕਰ ਇਹਦੇ 'ਤੇ ਮਤਲਬ ਕੋਈ ਅਮਲ ਨਹੀਂ ਹੁੰਦਾ ਤਾਂ ਦੇਖੋ, ਆਪਣੇ ਆਮ ਲੋਕਾਂ ਦੇ ਹੱਥ ਵੱਸ ਜਿਹੜੀ ਗੱਲ ਹੈਗੀ ਹੈ ਉਹ ਤਾਂ ਇਹ ਹੈ ਕਿ ਇਹਦੇ 'ਤੇ ਮਤਲਬ ਜਿਹੜਾ ਹੈਗਾ, ਇਹਨੂੰ ਹਰ ਦੁਆਰ 'ਤੇ ਫਰਿਆਦ ਜਿਹੜੀ ਹੈ ਉਹ ਪਹੁੰਚਣੀ ਚਾਹੀਦੀ ਹੈ, ਜਾਣੀ ਚਾਹੀਦੀ ਹੈ, ਉਹਨੂੰ ਲੈ ਕੇ ਜਾਣਾ ਚਾਹੀਦਾ ਹੈ। ਮੈਂ ਤਾਂ ਅੰਕਲ ਨੂੰ ਵੀ, ਇਹਨਾਂ ਨੂੰ ਵੀ ਇਹ ਕਿਹਾ ਵੀ ਤੁਸੀਂ ਜਿੱਥੇ ਵੀ ਕਿਤੇ ਹੋਰ ਐਪਲੀਕੇਸ਼ਨ ਵਗੈਰਾ ਜੋ ਦੇਣੀ ਹੈ, ਮਤਲਬ ਉਹ ਤੁਹਾਨੂੰ ਦੇਣੀ ਚਾਹੀਦੀ ਹੈ, ਤਾਂ ਕਿ ਮਤਲਬ ਜਿਹੜਾ ਹੈਗਾ, ਜੇ ਕਿਸੇ ਇੱਕ ਸਟੈਪ 'ਤੇ ਸੁਣਵਾਈ ਨਹੀਂ ਹੋ ਰਹੀ, ਦੂਸਰੇ ਸਟੈਪ 'ਤੇ ਕਿਤੇ ਹੋਰ ਮਤਲਬ ਜਿਹੜਾ ਹੈਗਾ, ਮੈਂ ਤਾਂ ਇਹ ਵੀ ਸੁਜੈਸਟ ਕਰੂੰਗਾ ਕਿ ਮਤਲਬ ਜਿਹੜੇ ਕੋਈ ਇਹਨਾਂ ਦੇ ਕੋਈ ਰਿਸ਼ਤੇਦਾਰ ਜਾਂ ਕੋਈ ਭੈਣ ਭਰਾ ਮਤਲਬ ਜਿਹੜਾ ਹੈਗਾ, ਜੇ ਬੇਸ਼ੱਕ ਕੋਈ ਇਸ ਤਰ੍ਹਾਂ ਦਾ ਮਾਹੌਲ ਹੋਵੇ ਕਿ ਸੀਐਮ ਸਾਹਿਬ ਨੂੰ ਮਿਲ ਸਕਣ, ਤਾਂ ਉਹਨਾਂ ਨੂੰ ਮਿਲ ਕੇ ਆਪਦੀ ਫਰਿਆਦ ਰੱਖਣ, ਤਾਂ ਕਿ ਇੱਕ ਨਿਆਂ ਜਿਹੜਾ ਹੈਗਾ ਉਹ ਅੱਗੇ ਸਮਾਜ ਦੇ ਵਿੱਚ ਮਤਲਬ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ, ਉਹਦਾ ਹੋਣਾ, ਨਿਆਂ ਮਿਲਣਾ। ਮਸਲਾ ਗੱਲ 5-4 ਕਰੋੜ ਰੁਪਈਏ ਦੀ ਠੱਗੀ ਦਾ ਨਹੀਂ ਹੈ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ। ਮਸਲਾ ਇਹ ਹੈ ਕਿ ਇਸ ਤਰ੍ਹਾਂ ਦੀ ਉਦਾਹਰਨ ਜਿਹੜੀ ਹੈ ਉਹ ਸਾਡੇ ਸਮਾਜ ਦੇ ਵਿੱਚ ਪੈਦਾ ਨਹੀਂ ਹੋਣੀ ਚਾਹੀਦੀ, ਉਹ 'ਤੇ ਰੋਕ ਲੱਗਣੀ ਚਾਹੀਦੀ ਹੈ। ਬਿਲਕੁਲ, ਬਹੁਤ ਵਧੀਆ ਗੱਲ ਕਹੀ ਡਾਕਟਰ ਸਾਹਿਬ ਉਹਨਾਂ ਨੇ ਵੀ ਗੱਲ 5-4 ਕਰੋੜ ਰੁਪਏ ਦੀ ਠੱਗੀ ਦੀ ਨਹੀਂ, ਗੱਲ ਮਰ ਰਹੀ ਇਨਸਾਨੀਅਤ ਦੀ ਹੈ। ਤੇ ਨਾਲ ਦੀ ਨਾਲ ਅਸੀਂ ਵੀ ਬੇਨਤੀ ਕਰਦੇ ਹਾਂ, ਸਮੁੱਚੇ ਜਿਹੜੇ ਸਮਾਜ ਸੇਵੀ ਨੇ, ਜਿਵੇਂ ਡਾਕਟਰ ਸਾਹਿਬ ਅੱਜ ਇਸ ਪਰਿਵਾਰ ਦੇ ਨਾਲ ਬੈਠੇ ਨੇ, ਸਭ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ, ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਪਰਿਵਾਰ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰੋ, ਤਾਂ ਕਿ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ। ਬਹੁਤ ਜਲਦੀ ਕਿਸੇ ਹੋਰ ਮੁੱਦੇ ਤੇ ਹੋਰ ਸ਼ਖਸੀਅਤ ਨਾਲ ਹਾਜ਼ਰ ਹੋਵਾਂਗਾ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।